ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਡਾਕਟਰ ਯੁਵਰਾਜ ਸਿੰਘ ਪਾਂਦਾ, ਕੀਟ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਅਸੀਂ ਇੱਥੇ ਕੀਟ ਵਿਗਿਆਨ ਵਿਭਾਗ ਦੇ ਖੇਤ ਪ੍ਰਦਰਸ਼ਨੀ ਬਲਾਕ ਦੇ ਵਿੱਚ ਜਿਹੜੀਆਂ ਸੌਣੀ ਰੁੱਤ ਦੀਆਂ ਮੁੱਖ ਫਸਲਾਂ ਦੇ ਉੱਪਰ ਕੀੜੇ ਮਕੌੜਿਆਂ ਦੀ ਸੁਚੱਜੀ ਰੋਕਥਾਮ ਸੰਬੰਧੀ ਜਿਹੜੀਆਂ ਪ੍ਰਦਰਸ਼ਨੀਆਂ ਲਗਾਈਆਂ ਹੈਗੀਆਂ ਨੇ, ਉਹਨਾਂ ਵੱਲ ਝਾਤ ਮਾਰਨੀ ਆ, ਉਹਨਾਂ 'ਤੇ ਅਸੀਂ ਚਰਚਾ ਕਰਨੀ ਹੈਗੀ ਹੈ। ਸੋ ਅਸੀਂ ਹੁਣ ਜਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਜਿਹੜੀ ਸਾਡੇ ਦਾਲਾਂ ਦੇ ਵਿੱਚ ਪ੍ਰਮੁੱਖ ਫਸਲ ਜਿਹੜੀ ਅਰਹਰ ਦੀ ਹੈ, ਉਹਦੇ ਵਿੱਚ ਅਸੀਂ ਇੱਥੇ ਪ੍ਰਦਰਸ਼ਨੀ ਲਗਾਈ ਹੈ। ਇਹ ਜਿਹੜੀ ਫਸਲ ਹੈਗੀ ਹੈ, ਇਹਦੇ ਵਿੱਚ ਖਾਸ ਕਰਕੇ ਜਿਹੜੀਆਂ ਫਲੀਆਂ ਹੁੰਦੀਆਂ ਹੈਗੀਆਂ ਨੇ, ਉਹਨਾਂ ਦੇ ਉੱਪਰ ਸੁੰਡੀਆਂ ਦਾ ਹਮਲਾ ਹੁੰਦਾ ਹੈ। ਉਹਦੇ ਵਿੱਚ ਦੋ ਤਰ੍ਹਾਂ ਦੀਆਂ ਸੁੰਡੀਆਂ ਜਿਹੜੀਆਂ ਹੈਗੀਆਂ ਨੇ, ਇੱਕ ਚਿਤਕਬਰੀ ਸੁੰਡੀ ਹੁੰਦੀ ਹੈ ਅਤੇ ਇੱਕ ਫਲੀ ਦੇ ਵਿੱਚ ਮੋਰੀ ਕਰਨ ਵਾਲੀ ਸੁੰਡੀ ਹੁੰਦੀ ਹੈ। ਇਹਨਾਂ ਦੋਨਾਂ ਸੁੰਡੀਆਂ ਦਾ ਜਿਹੜਾ ਹਮਲਾ ਹੈ, ਜਦੋਂ ਜਿਹੜੀ ਫਸਲ ਹੈ ਫੁੱਲਾਂ 'ਤੇ ਆਉਣੀ ਸ਼ੁਰੂ ਹੁੰਦੀ ਹੈ, ਉਦੋਂ ਹੀ ਸ਼ੁਰੂ ਹੋ ਜਾਂਦਾ। ਇਹ ਜਿਹੜੀ ਖਾਸ ਕਰਕੇ ਚਿਤਕਬਰੀ ਸੁੰਡੀ ਹੈ, ਇਹਦਾ ਜਿਹੜਾ ਹਮਲਾ ਕਰਨ ਦਾ ਤਰੀਕਾ ਹੈ, ਜਿਹੜੇ ਪੱਤੇ ਹੈ ਨੇ ਜਾਂ ਡੋਡੀਆਂ ਹੈ ਨੇ ਜਾਂ ਫੁੱਲ ਨੇ ਜਾਂ ਜਿਹੜੀਆਂ ਫਲੀਆਂ ਨੇ, ਉਹਨਾਂ ਨੂੰ ਆਪਸ 'ਚ ਜਾਲਾ ਬਣਾ ਕੇ ਜੋੜ ਕੇ ਜਿਹੜਾ ਵਿੱਚ ਇਹ ਨੁਕਸਾਨ ਕਰਦੀ ਹੈ। ਅਤੇ ਜਿਹੜੀ ਫਲੀ ਛੇਦਕ ਸੁੰਡੀ ਹੈ, ਇਹ ਫਲੀ ਦੇ ਵਿੱਚ ਜਿਹੜਾ ਮੋਰੀ ਕਰਕੇ ਅੰਦਰ ਜਿਹੜੇ ਬੀਜ ਬਣ ਰਹੇ ਨੇ, ਉਹਨਾਂ ਦੇ ਉੱਪਰ ਜਿਹੜਾ ਹੈ ਇਹ ਖਾਂਦੀ ਹੈ, ਉਹਨਾਂ ਨੂੰ ਨੁਕਸਾਨ ਕਰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਅਸੀਂ ਜਿਹੜਾ ਇਹ ਪ੍ਰਮੁੱਖ ਨੁਕਸਾਨ ਕਰਨ ਵਾਲੇ ਫਲੀ ਨੂੰ ਸੁੰਡੀਆਂ ਹਨ, ਇਹਨਾਂ ਦੀ ਰੋਕਥਾਮ ਦੇ ਲਈ ਕੁਝ ਕਾਰਗਰ ਦਵਾਈਆਂ ਸਿਫਾਰਿਸ਼ ਕੀਤੀਆਂ ਹੋਈਆਂ ਨੇ। ਉਹਦੇ ਵਿੱਚ ਖਾਸ ਕਰਕੇ ਅਸੀਂ ਇੱਥੇ ਜਿਸ ਤਰ੍ਹਾਂ ਕੋਰਾਜਨ 60 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ 18.5 ਤਾਕਤ ਦੀ ਹੈ, ਇਹ 'ਚ ਕਲੋਟ੍ਰੈਨਿਲੀਪਰੋਲ ਸਾਲਟ ਹੈ, ਇਹ ਅਸੀਂ ਇੱਥੇ ਦਵਾਈ ਜਿਹੜੀ ਹੈਗੀ ਜਦੋਂ ਫੁੱਲ 'ਤੇ ਫਸਲ ਆਈ ਹੈ ਉਹਦੇ ਉੱਪਰ ਕੀਤੀ ਹੈ। ਸੋ ਅਸੀਂ ਇੱਥੇ ਨਾਲ ਹੀ ਬਿਨਾਂ ਛਿੜਕਾਅ ਵਾਲਾ ਪਲਾਟ ਵੀ ਰੱਖਿਆ ਹੈ, ਅਤੇ ਸਾਨੂੰ ਜਿੱਥੇ ਅਸੀਂ ਇਹ ਦਵਾਈ ਕੀਤੀ ਹੈ ਸਿਫਾਰਿਸ਼ ਦਵਾਈ, ਉੱਥੇ ਸਾਨੂੰ ਬਹੁਤ ਵਧੀਆ ਜਿਹੜਾ ਹੈਗਾ ਇਹਦਾ ਕੰਟਰੋਲ ਮਿਲਿਆ ਹੈ, ਜਿਹੜੀ ਇੱਕ ਪ੍ਰਭਾਵਸ਼ਾਲੀ ਸਾਨੂੰ ਰੋਕਥਾਮ ਇਹਦੀ ਸਾਡੀ ਹੋਈ ਹੈ। ਸੋ ਇਸ ਤੋਂ ਇਲਾਵਾ ਸਾਡੇ ਕੋਲ ਫੇਮ ਦਵਾਈ ਵੀ ਸਿਫਾਰਿਸ਼ ਹੈ 40 ml ਦੇ ਹਿਸਾਬ ਨਾਲ, ਜਾਂ ਟਰੇਸਰ ਦਵਾਈ ਜਿਹੜੀ ਹੈ 60 ml ਦੇ ਹਿਸਾਬ ਨਾਲ, ਉਹ ਵੀ ਅਸੀਂ ਕਰ ਸਕਦੇ ਹਾਂ, ਜਾਂ 200 ml ਕਿੰਗ ਡੋਕਸਾ ਦਵਾਈ ਹੈ, ਉਹ ਵੀ ਸਾਡੀ ਸਿਫਾਰਿਸ਼ ਹੈਗੀ। ਉਹ ਵੀ ਜਿਹੜੀਆਂ ਦਵਾਈਆਂ ਰਸਾਇਣ ਜਿਹੜੇ ਹੈਗੇ ਨੇ ਕੀਟਨਾਸ਼ਕ ਨੇ, ਉਹ ਅਸੀਂ ਇਹਨਾਂ ਉੱਪਰ ਕਰਕੇ ਜਿਹੜਾ ਹੈ ਅਸੀਂ ਜਿਹੜੀਆਂ ਫਲੀ ਦੀਆਂ ਸੁੰਡੀਆਂ ਦੀ ਜਿਹੜੀ ਹੈ ਉਹ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਥਾਮ ਕਰ ਸਕਦੇ ਹਾਂ। ਸੋ ਇਹ ਅਰਹਰ ਦਾ ਬਿਨਾਂ ਛਿੜਕਾਅ ਵਾਲਾ ਜਿਹੜਾ ਪਲਾਟ ਹੈ, ਇਹਦੇ ਵਿੱਚ ਅਸੀਂ ਜਿਹੜਾ ਕੋਈ ਛਿੜਕਾਅ ਨਹੀਂ ਕੀਤਾ, ਜਿਸ ਤਰ੍ਹਾਂ ਉਹਦੇ ਵਿੱਚ ਅਸੀਂ ਕੋਰਾਜਨ ਦਵਾਈ ਕੀਤੀ ਹੈ, ਸਿਫਾਰਿਸ਼ ਕੀਤੀ ਹੈ। ਸੋ ਇਹਦੇ ਵਿੱਚ ਸਾਨੂੰ ਜਿਹੜਾ ਹੈ ਜਿਹੜੀਆਂ ਇਹ ਫਲੀ ਨੂੰ ਨੁਕਸਾਨ ਕਰਨ ਵਾਲੀਆਂ ਸੁੰਡੀਆਂ ਨੇ, ਇਹਦਾ ਜਿਹੜਾ ਹਮਲਾ ਦੇਖਣ ਨੂੰ ਮਿਲਿਆ ਹੈ। ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹ ਫਲੀ ਦੇ ਵਿੱਚ ਜਿਹੜਾ ਹੈਗਾ ਗਲੀ ਕਰਕੇ, ਅਤੇ ਜਿਹੜਾ ਕਰੂੰਬਲਾਂ ਨੇ ਅਤੇ ਜਿਹੜੇ ਨਰਮ ਪੱਤੇ ਨੇ, ਫਲੀਆਂ ਨੇ, ਫੁੱਲਾਂ ਨੂੰ ਆਪਸ ਜੋੜ ਕੇ ਵਿੱਚ ਜਾਲਾ ਬਣਾ ਕੇ ਨੁਕਸਾਨ ਕਰਦੀ ਹੈ। ਸੋ ਸਾਨੂੰ ਇਹੀ ਹੈ ਕਿ ਜਿਹੜਾ ਸਮੇਂ ਰਹਿੰਦੇ ਅਸੀਂ ਜਦੋਂ ਫੁੱਲਾਂ 'ਤੇ ਫਸਲ ਆ ਜਾਂਦੀ ਹੈ, ਸਤਰਕ ਰਹੀਏ, ਅਤੇ ਅਸੀਂ ਸਿਫਾਰਿਸ਼ ਕੀਤੀ ਜਿਹੜੀ ਦਵਾਈ ਹੈ ਸਿਫਾਰਿਸ਼ ਮਾਤਰਾ ਦੇ ਹਿਸਾਬ ਨਾਲ ਵਰਤ ਕੇ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਨੁਕਸਾਨ ਫਲੀਆਂ ਦੀਆਂ ਜਿਹੜੀਆਂ ਸੁੰਡੀਆਂ ਨੇ ਅਰਹਰ ਦੇ ਵਿੱਚ, ਉਹਨਾਂ ਤੋਂ ਅਸੀਂ ਫਸਲ ਨੂੰ ਬਚਾ ਸਕਦੇ ਹਾਂ। ਸੋ ਜਿਸ ਤਰ੍ਹਾਂ ਨਰਮਾ ਜਿਹੜਾ ਹੈ ਉਹ ਸਾਡੀ ਮੁੱਖ ਫਾਈਬਰ ਫਸਲ ਹੈ, ਇਹਦੇ ਵਿੱਚ ਅਸੀਂ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ RCH 776 ਹੈ, F2228 ਹੈ, ਜਾਂ PAU BT ਇੱਕ ਹੈ, ਉਹ ਅਸੀਂ ਇੱਥੇ ਉਹਨਾਂ ਦੇ ਵਿੱਚ ਖਾਸ ਕਰਕੇ ਹਰੇ ਤੇਲੇ ਅਤੇ ਚਿੱਟੀ ਮੱਖੀ ਦੀ ਜਿਹੜੀ ਸੁਚੱਜੀ ਰੋਕਥਾਮ ਸੰਬੰਧੀ ਪ੍ਰਦਰਸ਼ਨੀਆਂ ਲਗਾਈਆਂ ਨੇ। ਸੋ ਜਿਹੜਾ ਹਰਾ ਤੇਲਾ ਹੈ, ਚਿੱਟੀ ਮੱਖੀ ਹੈ, ਇਹ ਦੋਨੋਂ ਹੀ ਰਸ ਚੂਸਣ ਵਾਲੇ ਖਤਰਨਾਕ ਕੀੜੇ ਨੇ, ਜਿਨ੍ਹਾਂ ਦੇ ਰਸ ਚੂਸਣ ਦੇ ਨਾਲ ਜਿਹੜਾ ਹੈ ਪੱਤੇ ਜਿਹੜੇ ਨੇ, ਖਾਸ ਕਰਕੇ ਹਰੇ ਤੇਲੇ ਦਾ ਜਦੋਂ ਨੁਕਸਾਨ ਹੁੰਦਾ ਹੈ, ਉਹ ਪੱਤੇ ਕਿਨਾਰਿਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ, ਅਤੇ ਪੱਤੇ ਜਿਹੜੇ ਹੈਗੇ ਨੇ ਉਹ ਝੜ ਜਾਂਦੇ ਨੇ, ਸੁੱਕ ਜਾਂਦੇ ਨੇ। ਅਤੇ ਜਿਹੜੀ ਚਿੱਟੀ ਮੱਖੀ ਹੈ, ਇਹਦੇ ਨਾਲ ਵੀ ਜਿਹੜਾ ਹੈ ਜਦੋਂ ਇਹ ਰਸ ਚੂਸਦੀ ਹੈ, ਇਹਦੇ ਬੱਚੇ ਅਤੇ ਬਾਲਗ ਜਿਹੜੇ ਨੇ, ਪੱਤੇ ਜਿਹੜੇ ਹੈਗੇ ਨੇ, ਖਾਸ ਕਰਕੇ ਕਿਉਂਕਿ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ, ਪੱਤੇ ਪੀਲੇ ਹੁੰਦੇ ਨੇ, ਅਤੇ ਵਿਸ਼ਾਣੂ ਰੋਗ ਜਦੋਂ ਇਹ ਫੈਲਾਉਂਦੀ ਹੈ ਤਾਂ ਪੱਤੇ ਥੱਲੇ ਪੱਤਾ ਨਿਕਲ ਆਉਂਦਾ ਹੈ, ਅਤੇ ਪੱਤੇ ਜਿਹੜੇ ਹੈਗੇ ਨੇ ਛੋਟੇ ਰਹਿ ਜਾਂਦੇ ਹੈਗੇ ਨੇ, ਬੂਟਾ ਛੋਟਾ ਰਹਿ ਜਾਂਦਾ ਵੈ। ਸੋ ਕਹਿਣ ਦਾ ਭਾਵ ਹੈ ਕਿ ਬੂਟੇ ਦਾ ਜਿਹੜਾ ਝਾੜ ਹੈ ਉਹ ਕਾਫੀ ਘੱਟ ਜਾਂਦਾ ਵੈ। ਸੋ ਇਹਦੀ ਸਮੇਂ ਰਹਿੰਦੇ ਜਿਹੜਾ ਹੈਗਾ ਖੇਤ ਦਾ ਸਰਵੇਖਣ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। ਸੋ ਜਦੋਂ ਚਿੱਟੀ ਮੱਖੀ ਦੀ ਜਿਹੜੀ ਗਿਣਤੀ ਹੈ, ਉਹ ਸਵੇਰੇ 10 ਵਜੇ ਤੋਂ ਪਹਿਲਾਂ ਪ੍ਰਤੀ ਪੱਤਾ ਔਸਤਨ ਉੱਪਰਲੇ ਹਿੱਸੇ ਦੇ ਵਿੱਚ 6 ਚਿੱਟੀਆਂ ਮੱਖੀਆਂ ਸਾਨੂੰ ਮਿਲਦੀਆਂ ਨੇ, ਉਦੋਂ ਸਾਨੂੰ ਜਿਹੜਾ ਹੈ ਇਹ ਰੋਕਥਾਮ ਕਰਨੀ ਬਣਦੀ ਹੈ। ਅਤੇ ਇਸੇ ਤਰੀਕੇ ਨਾਲ ਜਿਹੜਾ ਹਰਾ ਤੇਲਾ ਹੈ, ਜਦੋਂ 50% ਬੂਟਿਆਂ ਦੇ ਵਿੱਚ ਸਾਨੂੰ ਜਿਹੜਾ ਹੈ ਪੱਤੇ ਕਿਨਾਰਿਆਂ ਤੋਂ ਜਿਹੜੇ ਹੈ ਪੀਲੇ ਪੈਂਦੇ ਦਿਖਦੇ ਨੇ, ਮਿਲਦੇ ਨੇ, ਉਦੋਂ ਸਾਨੂੰ ਜਿਹੜਾ ਹੈ ਹਰੇ ਤੇਲੇ ਦੀ ਰੋਕਥਾਮ ਕਰਨੀ ਬਣਦੀ ਹੈ। ਇਹ ਦੋਨੋਂ ਕੀੜੇ ਜਦੋਂ ਰਸ ਚੂਸਦੇ ਨੇ ਤਾਂ ਇਹ ਸ਼ਹਿਦ ਦੀਆਂ ਬੂੰਦਾਂ ਵਰਗਾ ਜਿਹੜਾ ਪਦਾਰਥ ਹੈ ਉਹ ਪਿੱਛੇ ਛੱਡਦੇ ਨੇ, ਜਿਹਦੇ ਉੱਪਰ ਕਿ ਕਾਲੀ ਉੱਲੀ ਆ ਜਾਂਦੀ ਹੈ, ਅਤੇ ਜਿਹੜਾ ਹੈ ਉਹ ਪੱਤੇ ਕਾਲੇ ਹੋ ਜਾਂਦੇ ਨੇ, ਅਤੇ ਬੂਟੇ ਦੀ ਜਿਹੜੀ ਭੋਜਨ ਬਣਾਉਣ ਦੀ ਜਿਹੜੀ ਸਮਰੱਥਾ ਹੈ ਉਹ ਘੱਟ ਜਾਂਦੀ ਹੈ, ਅਤੇ ਬੂਟੇ ਦਾ ਜਿਹੜਾ ਝਾੜ ਹੈ ਉਹ ਕਾਫੀ ਘੱਟ ਜਾਂਦਾ ਹੈ।
ਸੋ ਜਿਹੜਾ ਇਹ ਹਰਾ ਤੇਲਾ ਤੇ ਚਿੱਟੀ ਮੱਖੀ ਹੈ, ਇਹਨਾਂ ਦੋਨਾਂ ਦੇ ਲਈ ਹੀ ਅਸੀਂ ਇੱਕ ਓਸ਼ੀਨ ਰਸਾਇਣ ਜਿਹੜਾ ਹੈ 20 ਤੱਕ ਦਾ 20 SC ਜਿਸ 'ਚ ਡਾਇਨੋਟੈਫਰੋਨ ਸਾਲਟ ਹੈ, ਉਹ ਅਸੀਂ ਜਿਹੜਾ ਇਹਦੇ ਉੱਪਰ ਅਸੀਂ ਪ੍ਰਦਰਸ਼ਨੀ ਵਿੱਚ ਅਸੀਂ ਵਰਤੋਂ ਕੀਤੀ ਹੈ। ਇਹਦੀ ਜਿਹੜੀ ਮਾਤਰਾ ਹੈ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤਣੀ ਹੈ। ਇਹ ਦੋਨੋਂ ਹੀ ਕੀੜੇ ਹਰਾ ਤੇਲਾ ਅਤੇ ਚਿੱਟੀ ਮੱਖੀ ਦੀ ਬਖੂਬੀ ਰੋਕਥਾਮ ਕਰ ਸਕਦੇ ਹਾਂ। ਅਤੇ ਅਸੀਂ ਇਹ ਦੇਖਿਆ ਹੈ ਕਿ ਜਦੋਂ ਇਹ ਜਿਹੜੀ ਸਿਫਾਰਿਸ਼ ਕੀਤੀ ਜਿਹੜਾ ਰਸਾਇਣ ਹੈ, ਇਹਦੀ ਇੱਕ ਹੀ ਜਿਹੜੇ ਛਿੜਕਾਅ ਦੇ ਨਾਲ ਅਸੀਂ ਦੋਨੋਂ ਹੀ ਕੀੜੇ ਹਰਾ ਤੇਲਾ ਅਤੇ ਚਿੱਟੀ ਮੱਖੀ ਦੋਨਾਂ ਦੀ ਜਿਹੜੀ ਹੈ ਸੁਚੱਜੀ ਰੋਕਥਾਮ ਕਰਨ ਦੇ ਜਿਹੜਾ ਵਿੱਚ ਸਫਲ ਹੋਏ ਹੈਗੇ ਆ, ਅਤੇ ਬੜਾ ਹੀ ਪ੍ਰਭਾਵਸ਼ਾਲੀ ਇਹਦਾ ਰਿਜ਼ਲਟ ਰਿਹਾ ਹੈ। ਸੋ ਇਸ ਤੋਂ ਇਲਾਵਾ ਅਸੀਂ ਜਿਹੜਾ ਹਰਾ ਤੇਲਾ ਇਹਦੇ ਲਈ ਬੀਜ ਦੀ ਸੋਧ ਵੀ ਕੀਤੀ ਸੀ। ਗੌਚੋ ਜਿਹੜੀ 70 ਤਾਕਤ ਦੀ ਦਵਾਈ ਹੈ 5 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ। ਅਤੇ ਜਿਹੜੀ ਚਿੱਟੀ ਮੱਖੀ ਹੈ ਇਹਦੇ ਲਈ ਅਸੀਂ ਹੋਰ ਜਿਹੜੀਆਂ ਸਿਫਾਰਿਸ਼ ਦਵਾਈਆਂ ਨੇ, ਜਿਸ ਤਰ੍ਹਾਂ ਸਫੀਨਾ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਪੋਲੋ ਜਾਂ ਓਬਰੋਨ 200 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ, ਜਾਂ ਲੈਨੋ 500 ml ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੀ ਵਰਤ ਸਕਦੇ ਹਾਂ। ਸੋ ਜੈਸਿਡ ਜਿਹੜਾ ਹਰਾ ਤੇਲਾ ਹੈ ਉਹਦੇ ਲਈ ਵੀ ਜਿਹੜੀਆਂ ਹੋਰ ਦਵਾਈਆਂ ਦੇ ਵਿੱਚ ਕੀਫਨ ਦਵਾਈ ਹੈ 300 ml ਦੇ ਹਿਸਾਬ ਦੇ ਨਾਲ, ਜਾਂ ਨਿਓਨ ਦਵਾਈ ਹੈ, ਇਹ ਨਵੀਂ ਦਵਾਈ ਜਿਹੜੀ ਦਵਾਈਆਂ ਨੇ, ਇਹ ਵੀ ਅਸੀਂ ਜਿਹੜੀ ਇਹ ਰਸਾਇਣ ਨੇ ਇਹ ਵਰਤ ਕੇ ਵੀ ਅਸੀਂ ਜਿਹੜਾ ਹੈ ਇਹ ਹਰਾ ਤੇਲਾ ਅਤੇ ਜਿਹੜੀ ਚਿੱਟੀ ਮੱਖੀ ਹੈ ਇਹਨੂੰ ਵਧੀਆ ਤਰੀਕੇ ਨਾਲ, ਪ੍ਰਭਾਵਸ਼ਾਲੀ ਤਰੀਕੇ ਨਾਲ ਅਸੀਂ ਜਿਹੜਾ ਹੈ ਇਹਦੀ ਰੋਕਥਾਮ ਕਰ ਸਕਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਸਿਫਾਰਿਸ਼ ਰਸਾਇਣ ਹੈਗੇ ਨੇ ਉਹ ਜਦੋਂ ਅਸੀਂ ਸਹੀ ਤਰੀਕੇ ਨਾਲ ਅਤੇ ਸਹੀ ਮਾਤਰਾ 'ਚ ਵਰਤਦੇ ਹੈਗੇ ਹਾਂ, ਤਾਂ ਅਸੀਂ ਇਹ ਖਾਸ ਕਰਕੇ ਜਿਹੜੇ ਦੋ ਰਸ ਚੂਸਣ ਵਾਲੇ ਕੀੜੇ ਨੇ ਇਹਨਾਂ ਦੀ ਵਧੀਆ ਤਰੀਕੇ ਨਾਲ ਰੋਕਥਾਮ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਇਹਦਾ ਜਿਹੜਾ ਅਸੀਂ ਰਿਜ਼ਲਟ ਲੈ ਸਕਦੇ ਹਾਂ। ਇਸੇ ਤਰੀਕੇ ਨਾਲ ਨਰਮੇ ਦੀ PAU ਵੱਲੋਂ ਸਿਫਾਰਿਸ਼ ਕਿਸਮ PAU BT ਨੰਬਰ 1 ਦੇ ਵਿੱਚ ਜਿਹੜਾ ਹੈ ਅਸੀਂ ਦੇਖ ਸਕਦੇ ਹੈਗੇ ਹਾਂ ਕਿ ਇਹ ਜਿਹੜਾ ਪ੍ਰਦਰਸ਼ਨੀ ਪਲਾਟ ਹੈ ਇਹਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਹਰੇ ਤੇਲੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਜਿਹੜੀ ਓਸ਼ੀਨ ਦਵਾਈ ਜਿਹੜੀ ਕਿ ਦੋਨਾਂ ਹੀ ਕੀੜਿਆਂ ਨੂੰ, ਰਸ ਚੂਸਣ ਵਾਲਿਆਂ ਨੂੰ, ਇਹਨਾਂ ਦੇ ਜਿਹੜੇ ਬੱਚੇ ਅਤੇ ਬਾਲਗ ਨੇ ਉਹਨਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ। ਸੋ ਇਹ ਜਿਹੜਾ ਪਲਾਟ ਹੈਗਾ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਕਿ ਇਹ ਜਿਹੜੀ ਓਸ਼ੀਨ ਦਵਾਈ ਦਾ ਇੱਕ ਛਿੜਕਾਅ ਕੀਤਾ ਸੀਗਾ, ਅਤੇ ਜਿਹਦੇ ਨਾਲ ਕਿ ਅਸੀਂ ਦੇਖ ਸਕਦੇ ਹਾਂ ਕਿ ਬੜੇ ਵਧੀਆ ਤਰੀਕੇ ਨਾਲ ਅਸੀਂ ਇਹ ਦੋਨੋਂ ਕੀੜਿਆਂ ਨੂੰ ਜਿਹੜਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਟਰੋਲ ਕਰਨ ਦੇ ਵਿੱਚ ਜਿਹੜਾ ਹੈ ਉਹ ਸਫਲ ਹੋਏ ਹੈਗੇ ਹਾਂ। ਜਿਸ ਤਰ੍ਹਾਂ ਕਿ ਅਸੀਂ ਆ ਪੱਤੇ ਦੇ ਥੱਲੇ ਦੇਖ ਸਕਦੇ ਹਾਂ, ਜਿਹੜਾ ਤੇਲਾ ਹੈ ਉਹਦਾ ਜਿਹੜਾ ਬੱਚਾ ਹੈ ਆਪਾਂ ਧਿਆਨ ਨਾਲ ਦੇਖ ਸਕਦੇ ਹਾਂ ਉਹ ਰਸ ਚੂਸ ਰਿਹਾ ਵਾ, ਅਤੇ ਜਿਹਦੇ ਕਰਕੇ ਜਿਹੜਾ ਆਪਾਂ ਦੇਖ ਸਕਦੇ ਹਾਂ ਪੱਤੇ ਜਿਹੜੇ ਹੈਗੇ ਨੇ ਉਹ ਕਿਨਾਰਿਆਂ ਤੋਂ ਜਿਹੜਾ ਹੈ ਉਹ ਪੀਲੇ ਹੋ ਰਹੇ ਹੈਗੇ ਨੇ। ਕਿਨਾਰਿਆਂ ਤੋਂ ਜਿਹੜਾ ਹੈਗਾ ਪੱਤਾ ਜਿਹੜਾ ਪੀਲਾ ਹੋ ਕੇ ਫਿਰ ਜਦੋਂ ਅਸੀਂ ਇਹਨੂੰ ਸਹੀ ਤਰੀਕੇ ਨਾਲ ਸਹੀ ਸਮੇਂ 'ਤੇ ਨਹੀਂ ਕੰਟਰੋਲ ਕਰਦੇ ਤਾਂ ਪੱਤਾ ਜਿਹੜਾ ਹੈ ਸੁੱਕ ਕੇ ਉਹ ਗਿਰ ਜਾਂਦਾ ਹੈ। ਸੋ ਕਹਿਣ ਦਾ ਭਾਵ ਹੈ ਕਿ ਇਹ ਰਸ ਚੂਸਣ ਵਾਲਾ ਜਿਹੜਾ ਕੀੜਾ ਵਾ ਇਹਦੀ ਜਿਹੜੀ ਆ, ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹੈਗੇ ਆ, ਬੱਚੇ ਅਤੇ ਬਾਲਗ ਜਿਹੜੇ ਨੇ ਉਹ ਬੇਤਹਾਸ਼ਾ ਰਸ ਚੂਸਦੇ ਨੇ, ਅਤੇ ਇਹਦੀ ਜਿਹੜੀ ਰੋਕਥਾਮ ਹੈਗੀ ਆ ਉਹ ਸਮੇਂ ਰਹਿੰਦੇ ਕਰਨੀ ਬਹੁਤ ਜ਼ਰੂਰੀ ਹੈ। ਅਤੇ ਇਹ ਜਿਹੜਾ ਬਿਨਾਂ ਛਿੜਕਾਅ ਵਾਲਾ ਪਲਾਟ ਹੈ ਇਹਦੇ ਵਿੱਚ ਅਸੀਂ ਜਿਹੜਾ ਹੈ ਦਵਾਈ ਨਹੀਂ ਕੀਤੀ। ਅਸੀਂ ਦੇਖ ਸਕਦੇ ਹਾਂ ਪੱਤੇ ਜਿਹੜੇ ਆ ਉਹ ਕਿਨਾਰਿਆਂ ਤੋਂ ਮੁੜੇ ਆਪਾਂ ਨੂੰ ਨਜ਼ਰ ਆ ਰਹੇ ਹੈਗੇ ਨੇ, ਅਤੇ ਜਿਹੜੇ ਥੱਲੜੇ ਪੱਤੇ ਨੇ ਉਹ ਕਈ ਸੁੱਕ ਵੀ ਰਹੇ ਹੈਗੇ ਨੇ, ਅਤੇ ਇਸੇ ਤਰੀਕੇ ਨਾਲ ਜਿਹੜੀ ਚਿੱਟੀ ਮੱਖੀ ਹੈਗੀ ਹੈ ਉਹਦਾ ਜਿਹੜਾ ਸਾਨੂੰ ਨੁਕਸਾਨ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਆਹ ਬੂਟੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਪੱਤੇ ਨੇ ਉਹ ਕਿਨਾਰਿਆਂ ਤੋਂ ਜਿਹੜਾ ਹੈ ਉਹ ਪੀਲੇ ਹੋ ਕੇ ਮੁੜ ਰਹੇ ਨੇ। ਇਹ ਹਰੇ ਤੇਲੇ ਦਾ ਜਿਹੜਾ ਨੁਕਸਾਨ ਹੈ ਜਿਹਦੇ ਕਰਕੇ ਕਿ ਇਹ ਜਿਹੜਾ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਪੱਤਿਆਂ ਦੇ ਜਿਹੜੇ ਕਿਨਾਰਿਆਂ ਦਾ ਪੀਲਾਪਨ ਆ ਰਿਹਾ ਹੈ। ਸੋ ਬਾਸਮਤੀ ਜਿਹੜੀ ਫਸਲ ਹੈ ਇਹਦੇ ਵਿੱਚ ਖਾਸ ਕਰਕੇ ਜਿਹੜੇ ਤਣੇ ਦੇ ਗੜੂਏ ਅਤੇ ਪੱਤਾ ਲਪੇਟ ਸੁੰਡੀ ਦਾ ਜਿਹੜਾ ਹਮਲਾ ਵਾ ਉਹ ਸਾਡੇ ਆਮ ਦੇਖਣ ਵਿੱਚ ਆਉਂਦਾ ਹੈ। ਸੋ ਤਣੇ ਦੇ ਗੜੂਆਂ ਦੇ ਵਿੱਚ ਪੀਲਾ, ਚਿੱਟਾ ਜਾਂ ਗੁਲਾਬੀ ਜਿਹੜੇ ਇਹ ਤਿੰਨ ਤਰ੍ਹਾਂ ਦੇ ਗੜੂਏ ਹਮਲਾ ਕਰਦੇ ਨੇ। ਪੀਲਾ ਅਤੇ ਚਿੱਟਾ ਜਿਹੜਾ ਗੜੂਆ ਹੈ ਇਹ ਨਸਾਰੇ ਤੋਂ ਪਹਿਲਾਂ, ਅਤੇ ਜਿਹੜਾ ਗੁਲਾਬੀ ਗੜੂਆ ਹੈ ਇਹ ਜਾੜ ਮਾਰਨ ਤੋਂ ਬਾਅਦ ਜਿਹੜਾ ਹੈ ਇਹ ਹਮਲਾ ਕਰਦਾ ਹੈ। ਸੋ ਸਾਨੂੰ ਆਪਣੀ ਜਿਹੜੀ ਫਸਲ ਹੈ ਇਹਦਾ ਸਰਵੇਖਣ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਸੋ ਆਰਥਿਕ ਗਾਹ ਦਾ ਜਿਹੜਾ ਪੱਧਰ ਹੈ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਵੈ। ਜਦੋਂ ਜਿਹੜਾ ਹੈ 2% ਜਾਂ ਵੱਧ ਗੋਭਾਂ ਸਾਨੂੰ ਜਿਹੜੀਆਂ ਹੈਗੀਆਂ ਨੇ ਉਹ ਸੁੱਕੀਆਂ ਮਿਲਦੀਆਂ ਨੇ, ਉਸ ਸਮੇਂ ਜਿਹੜਾ ਹੈ ਸਾਨੂੰ ਇਹ ਜਿਹੜੇ ਗੜੂਏ ਨੇ ਇਹਨਾਂ ਦੀ ਰੋਕਥਾਮ ਕਰਨੀ ਬਣਦੀ ਹੈ। ਸੋ ਯੂਨੀਵਰਸਿਟੀ ਨੇ ਨਿੰਮ ਆਧਾਰਿਤ ਕੀਟਨਾਸ਼ਕ ਜਿਹੜੇ ਹੁਣ ਸਿਫਾਰਿਸ਼ ਕੀਤੇ ਨੇ ਉਹਦੇ ਵਿੱਚ ਇਕੋਟਿਨ ਜਿਹੜਾ ਇੱਕ ਨਵਾਂ ਕੀਟਨਾਸ਼ਕ ਸਿਫਾਰਿਸ਼ ਕੀਤਾ, ਜਿਹਦੇ ਵਿੱਚ ਕਿ ਐਜ਼ਾਡਾਇਰੈਕਟਿਨ 5% ਜਿਹੜਾ ਸਾਲਟ ਹੈ, ਇਹਦੀ ਜਿਹੜੀ 80 ਮਿਲੀਲੀਟਰ ਮਾਤਰਾ ਜਿਹੜੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਸ਼ੁਰੂਆਤੀ ਜਦੋਂ ਸਾਨੂੰ ਹਮਲਾ ਦੇਖਣ ਵਿੱਚ ਮਿਲਦਾ ਹੈ ਉਦੋਂ ਅਸੀਂ ਸਿਫਾਰਿਸ਼ ਕੀਤੀ ਹੈ। ਸੋ ਇਸ ਤੋਂ ਇਲਾਵਾ ਨਿੰਮ ਦੀ ਹੀ ਅਚੂਕ ਜਿਹੜੀ ਰਸਾਇਣ ਹੈ ਜਿਹਦਾ ਕਿ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਹੈ। ਇਸ ਤੋਂ ਇਲਾਵਾ ਫੇਮ ਜਾਂ ਮੋਟਰ ਜਿਹੜੀਆਂ ਰਸਾਇਣ ਨੇ ਇਹ ਵੀ ਸਾਡੇ ਸਿਫਾਰਿਸ਼ ਕੀਤੇ ਹੋਏ ਹੈਗੇ ਨੇ। ਦਾਣੇਦਾਰ ਦਵਾਈਆਂ ਵੀ ਜਿਹੜੀਆਂ ਨੇ ਰਸਾਇਣ ਨੇ, ਜਿਸ ਤਰ੍ਹਾਂ ਕਿ ਫਰਟੈਰਾ ਹੈ ਜਾਂ ਵਾਈਬਰੈਂਟ ਹੈ
4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਪਦਾਨ ਹੈ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ, ਇਹ ਵੀ ਜਿਹੜੇ ਰਸਾਇਣ ਨੇ ਸਾਡੇ ਜਿਹੜੇ ਸਿਫਾਰਿਸ਼ ਕੀਤੇ ਹੋਏ ਨੇ। ਸੋ ਬਾਸਮਤੀ ਦੇ ਵਿੱਚ ਚਾਹੇ ਪੱਤਾ ਲਪੇਟ ਹੋਵੇ ਤੇ ਚਾਹੇ ਤਣੇ ਦੇ ਗੜੂਆਂ ਦਾ ਹਮਲਾ ਹੋਵੇ, ਇਹ ਦੋਨੇ ਹੀ ਕੀੜਿਆਂ ਦੇ ਲਈ ਇਹ ਜਿਹੜੀਆਂ ਰਸਾਇਣ ਹੈਗੇ ਨੇ, ਇਹਨਾਂ 'ਚੋਂ ਅਸੀਂ ਕੋਈ ਖਾਸ ਕਰਕੇ ਜਿਹੜਾ ਨਿੰਮ ਆਧਾਰਿਤ ਰਸਾਇਣ ਹੈ ਉਹ ਸ਼ੁਰੂਆਤੀ ਹਮਲੇ ਦੇ ਤੌਰ 'ਤੇ ਸਾਡੀ ਵਰਤਣ ਦੀ ਸਿਫਾਰਿਸ਼ ਹੈ। ਸੋ ਇਸ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਹੈ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਜਿਹੜਾ ਇਹ 2 ਕੀੜੇ ਨੇ ਪੱਤਾ ਲਪੇਟ ਅਤੇ ਤਣੇ ਦੇ ਗੜੂਏ, ਇਹਨਾਂ ਜਿਹੜੀ ਰੋਕਥਾਮ ਜਿਹੜੀ ਹੈਗੀ ਹੈ ਉਹ ਸਮੇਂ ਰਹਿੰਦੇ ਕਰ ਲੈਣੀ ਚਾਹੀਦੀ ਹੈ। ਸਬਜ਼ੀ ਦੀਆਂ ਫਸਲਾਂ ਦੇ ਵਿੱਚ ਭਿੰਡੀ ਜਿਹੜੀ ਹੈ ਸਾਡੇ ਇਸ ਰੁੱਤ ਦੀ ਇੱਕ ਪ੍ਰਮੁੱਖ ਫਸਲ ਹੈ। ਅਸੀਂ ਭਿੰਡੀ ਦੀ ਸਬਜ਼ੀ ਵਾਲੀ ਫਸਲ ਦੇ ਵਿੱਚ ਖਾਸ ਕਰਕੇ ਜਿਹੜਾ ਤੇਲਾ ਅਤੇ ਚਿਤਕਬਰੀ ਸੁੰਡੀ ਦਾ ਹਮਲਾ ਹੁੰਦਾ ਹੈ, ਉਸ ਸੰਬੰਧੀ ਉਹਦੀ ਪ੍ਰਭਾਵਸ਼ਾਲੀ ਰੋਕਥਾਮ ਸੰਬੰਧੀ ਅਸੀਂ ਇਹ ਪ੍ਰਦਰਸ਼ਨੀ ਇੱਥੇ ਲਗਾਈ ਹੈ। ਸੋ ਭਿੰਡੀ ਦੇ ਵਿੱਚ ਇਹ ਜਿਹੜੇ 2 ਕੀੜੇ ਨੇ, ਤੇਲਾ ਅਤੇ ਚਿਤਕਬਰੀ ਸੁੰਡੀ, ਦੋਨਾਂ ਦਾ ਹੀ ਹਮਲਾ ਜਿਹੜਾ ਹੈ ਉਹ ਮਈ ਤੋਂ ਸਤੰਬਰ ਮਹੀਨੇ ਦੇ ਦੌਰਾਨ ਦੇਖਣ ਵਿੱਚ ਆਉਂਦਾ ਹੈ। ਜਦੋਂ ਤੇਲੇ ਦਾ ਹਮਲਾ ਹੁੰਦਾ ਵੈ ਤਾਂ ਉਹਦੇ ਨਾਲ ਪੱਤੇ ਜਿਹੜੇ ਨੇ ਉਹ ਕਿਨਾਰਿਆਂ ਤੋਂ ਉੱਪਰ ਵੱਲ ਨੂੰ ਜਿਹੜੇ ਮੁੜ ਜਾਂਦੇ ਨੇ, ਅਤੇ ਜਿਹੜਾ ਬੂਟੇ ਦੀ ਜਿਹੜੀ ਵਾਧਾ ਹੈ ਉਹ ਰੁਕ ਜਾਂਦਾ ਵੈ, ਅਤੇ ਪੱਤੇ ਜਿਹੜੇ ਹੈਗੇ ਨੇ ਛੋਟੇ ਰਹਿ ਜਾਂਦੇ ਨੇ। ਅਤੇ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹੈਗੇ ਹਾਂ ਕਿ ਇਹ ਜਿਹੜਾ ਬੂਟਾ ਹੈ ਇਹਦੇ ਜਿਹੜੇ ਪੱਤੇ ਨੇ ਉਹ ਜਿਵੇਂ ਠੂਠੀ ਬਣ ਜਾਂਦੀ ਹੈ, ਉਹ ਇਸ ਤਰ੍ਹਾਂ ਬਣ ਜਾਂਦੇ ਨੇ। ਅਤੇ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹਨਾਂ ਪੱਤਿਆਂ ਦੇ ਥੱਲੇ ਤੁਹਾਨੂੰ ਅਨੇਕਾਂ ਹੀ ਜਿਹੜਾ ਰਸ ਚੂਸਣ ਵਾਲੇ ਜਿਹੜੇ ਤੇਲੇ ਦੇ ਬਾਲਗ ਅਤੇ ਜਿਹੜੇ ਬੱਚੇ ਨੇ ਉਹ ਤੁਸੀਂ ਪੱਤੇ ਦੇ ਥੱਲੇ ਜਿਹੜੀਆਂ ਨਾੜਾਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜਾ ਵੈ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ, ਅਤੇ ਜਿਹੜਾ ਕਿ ਬੇਤਹਾਸ਼ਾ ਰਸ ਚੂਸਦੇ ਨੇ, ਅਤੇ ਜਿਸ ਦੇ ਕਾਰਨ ਜਿਹੜਾ ਹੈ ਪੱਤੇ ਹੈਗੇ ਨੇ ਉਹ ਪੀਲੇ ਵੀ ਪੈ ਜਾਂਦੇ ਨੇ, ਪੱਤੇ ਉੱਪਰ ਨੂੰ ਮੁੜ ਜਾਂਦੇ ਨੇ, ਅਤੇ ਬੂਟਾ ਜਿਹੜਾ ਹੈ ਉਹਦੇ ਉੱਪਰ ਅਸੀਂ ਦੇਖ ਸਕਦੇ ਹਾਂ ਕੋਈ ਵੀ ਫਲ ਨਹੀਂ ਲੱਗਦਾ, ਅਤੇ ਪੱਤੇ ਜਿਹੜੇ ਹੈਗੇ ਨੇ ਉਹ ਫਿਰ ਸੁੱਕ ਕੇ ਝੜ ਜਾਂਦੇ ਨੇ। ਸੋ ਕਹਿਣ ਦਾ ਭਾਵ ਹੈ ਕਿ ਜਿਹੜੀ ਸਾਡੀ ਫਸਲ ਹੈ ਉਹਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਸੋ ਇਹ ਜਿਹੜਾ ਤੁਸੀਂ ਪਲਾਟ ਦੇਖ ਰਹੇ ਹੋ, ਇੱਥੇ ਅਸੀਂ ਜਿਹੜੀ ਹੈ ਇਹ ਦੋਨੇ ਕੀੜਿਆਂ ਦੀ ਰੋਕਥਾਮ ਦੇ ਲਈ ਸਿਫਾਰਿਸ਼ ਰਸਾਇਣ ਜਿਹੜੇ ਕੀਤੇ ਨੇ। ਖਾਸ ਕਰਕੇ ਜਿਹੜੀ ਨਿੰਮ ਦੀ ਬਣੀ ਹੋਈ ਦਵਾਈ PAU ਨਿੰਮ ਦਾ ਘੋਲ ਹੈ ਉਹ ਅਸੀਂ 2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਥੇ ਅਸੀਂ ਉਹਦੀ ਵਰਤੋਂ ਕੀਤੀ ਹੈ। ਅਤੇ ਨਾਲ ਦੀ ਨਾਲ ਜਿਹੜਾ ਹੈ 15 ਦਿਨਾਂ ਬਾਅਦ ਅਸੀਂ ਜਿਹੜਾ ਇਕੋਟਿਨ, ਉਹ ਵੀ ਨਿੰਮ ਆਧਾਰਿਤ ਜਿਹੜਾ ਕੀਟਨਾਸ਼ਕ ਹੈ ਜਿਹਦੇ 'ਚ ਐਜ਼ਾਡਾਇਰੈਕਟਿਨ 5% ਹੈ, ਉਹਦੀ ਵੀ ਅਸੀਂ 80 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਥੇ ਵਰਤੋਂ ਕੀਤੀ ਹੈ। ਅਤੇ ਜਿਸ ਦੇ ਕਰਕੇ ਕਿ ਅਸੀਂ ਇਹ ਜਿਹੜਾ ਰਸ ਚੂਸਣ ਵਾਲਾ ਕੀੜਾ ਵਾ ਇਹਦੀ ਅਸੀਂ ਬਖੂਬੀ ਜਿਹੜੀ ਹੈਗੀ ਰੋਕਥਾਮ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਪਾਏ ਹੈਗੇ ਹਾਂ। ਅਤੇ ਦੇਖਣ ਤੋਂ ਵੀ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਬਿਨਾਂ ਛਿੜਕਾਅ ਵਾਲਾ ਜਿਹੜਾ ਪਲਾਟ ਦੇਖਦੇ ਹੈਗੇ ਹਾਂ, ਇਹ ਜਿਹੜਾ ਬਿਨਾਂ ਛਿੜਕਾਅ ਤੋਂ ਭਿੰਡੀ ਦੀ ਸਬਜ਼ੀ ਵਾਲੀ ਫਸਲ ਦਾ ਤੁਸੀਂ ਪਲਾਟ ਦੇਖ ਸਕਦੇ ਹੋ, ਜਿੱਥੇ ਕਿ ਅਸੀਂ ਕੋਈ ਵੀ ਜਿਹੜਾ ਇਹ ਹਰਾ ਤੇਲਾ ਵਾ, ਜਿਹੜਾ ਤੇਲੇ ਨੂੰ ਕੰਟਰੋਲ ਕਰਨ ਦੇ ਲਈ ਰਸਾਇਣ ਨਹੀਂ ਵਰਤਿਆ, ਜਿਸ ਦੇ ਕਰਕੇ ਕਿ ਜਿਹੜੀ ਫਸਲ ਤੁਸੀਂ ਦੇਖ ਸਕਦੇ ਹੋ ਕਿ ਠੂਠੀ ਦੇ ਵਰਗੇ ਜਿਹੜੇ ਪੱਤੇ ਬਣ ਗਏ ਨੇ, ਅਤੇ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ। ਅਤੇ ਦੂਸਰੇ ਪਾਸੇ ਜਿਹੜਾ ਵਾ ਜਿੱਥੇ ਅਸੀਂ ਸਿਫਾਰਿਸ਼ ਕੀਤੇ ਕੀਟਨਾਸ਼ਕ ਵਰਤੇ ਨੇ, ਉਹ ਪਲਾਟ ਦੇ ਵਿੱਚ ਜਿਹੜਾ ਵਾ ਅਸੀਂ ਦੇਖ ਸਕਦੇ ਹੈਗੇ ਕਿ ਫਸਲ ਬਹੁਤ ਵਧੀਆ ਜਿਹੜੀ ਹੈਗੀ ਹੈ, ਝਾੜ ਜਿਹੜੇ ਅਸੀਂ ਬੂਟਿਆਂ ਦੇ ਉੱਪਰ ਫਲ ਵੀ ਦੇਖ ਸਕਦੇ ਹੈਗੇ ਹਾਂ, ਅਤੇ ਜਿਹੜੀ ਫਸਲ ਹੈ ਸਾਡੀ ਵਧੀਆ ਦਿਖ ਰਹੀ ਹੈ। ਸੋ ਕਹਿਣ ਦਾ ਭਾਵ ਹੈ ਕਿ ਜਿਹੜਾ ਇਹ ਰਸ ਚੂਸਣ ਵਾਲਾ ਜਿਹੜਾ ਹਰਾ ਤੇਲਾ ਵਾ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਹਦੀ ਸਮਾਂ ਰਹਿੰਦੇ ਜਿਹੜੀ ਰੋਕਥਾਮ ਬਹੁਤ ਜ਼ਰੂਰੀ ਹੈ। ਨਾਲ ਦੀ ਨਾਲ ਜਿਹੜਾ ਫਲ ਨੇ, ਫਲਾਂ ਦੇ ਕਾਣੇ ਕਰਨ ਵਾਲੀ ਜਿਹੜੀ ਚਿਤਕਬਰੀ ਸੁੰਡੀ ਹੈ, ਉਹਦੇ ਲਈ ਸਾਡੀ ਜਿਹੜੀ ਪ੍ਰੋਕਲੇਮ ਦਵਾਈ ਸਿਫਾਰਿਸ਼ ਕੀਤੀ ਹੈ ਉਹ ਅਸੀਂ ਹਲੇ ਸਾਡੇ ਹਮਲਾ ਨਹੀਂ ਹੋਇਆ, ਅਤੇ ਜਦੋਂ ਵੀ ਸਾਨੂੰ ਹਮਲਾ ਦੇਖਣ ਦੇ ਵਿੱਚ ਮਿਲਦਾ ਹੈ ਤਾਂ ਅਸੀਂ ਸਿਫਾਰਿਸ਼ ਕੀਤੇ ਢੰਗ ਦੇ ਨਾਲ ਸਿਫਾਰਿਸ਼ ਜਿਹੜੀ ਮਾਤਰਾ ਜਿਹੜੀ ਪ੍ਰੋਕਲੇਮ ਦਵਾਈ ਦੀ 70 ਗ੍ਰਾਮ ਹੈਗੀ ਆ ਉਹ ਅਸੀਂ ਵਰਤਾਂਗੇ। ਸੋ ਕਹਿਣ ਦਾ ਭਾਵ ਹੈ ਕਿ ਇਹ ਜਿਹੜੇ 2 ਕੀੜੇ ਨੇ ਇਹਨਾਂ ਦੀ ਰੋਕਥਾਮ ਜਿਹੜੀ ਹੈ ਸਿਫਾਰਿਸ਼ ਕੀਤੇ ਰਸਾਇਣਾਂ ਦੀ ਸਮੇਂ ਰਹਿੰਦੇ ਸਾਨੂੰ ਜੇ ਅਸੀਂ ਕਰ ਲੈਂਦੇ ਹਾਂ ਤਾਂ ਅਸੀਂ ਵਧੀਆ ਤਰੀਕੇ ਨਾਲ ਜਿਹੜੀ ਇਹ ਭਿੰਡੀ ਦੀ ਸਬਜ਼ੀ ਵਾਲੀ ਫਸਲ ਹੈ ਇਹਦਾ ਝਾੜ ਲੈ ਸਕਦੇ ਹਾਂ। ਸੋ ਸਾਡੀ ਜਿਹੜੀ ਸਾਉਣੀ ਰੁੱਤ ਦੀ ਪ੍ਰਮੁੱਖ ਫਸਲ ਮੱਕੀ ਜਿਹੜੀ ਹੈ ਉਹਦੇ ਵਿੱਚ ਅਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਇੱਕ ਨਵਾਂ ਕੀੜਾ ਜਿਹਨੂੰ ਅਸੀਂ ਫਾਲ ਆਰਮੀ ਵਰਮ ਕਹਿੰਦੇ ਹਾਂ, ਉਹਦੀ ਸੁਚੱਜੀ ਰੋਕਥਾਮ ਕਰਨ ਦੇ ਸੰਬੰਧੀ ਇਹ ਪ੍ਰਦਰਸ਼ਨੀ ਲਗਾਈ ਹੈ। ਸੋ ਜਿਹੜੀ ਇਹ ਫਾਲ ਆਰਮੀ ਵਰਮ ਨਵਾਂ ਕੀੜਾ ਹੈ, ਇਹਦੀਆਂ ਜਿਹੜੀਆਂ ਸੁੰਡੀਆਂ ਨੇ ਉਹ ਜਦੋਂ ਛੋਟੀਆਂ ਹੁੰਦੀਆਂ ਨੇ ਤਾਂ ਉਹ ਪੱਤਿਆਂ ਦੇ ਉੱਪਰ ਝਰੀਟਾਂ ਮਾਰਦੀਆਂ ਨੇ, ਅਤੇ ਜਦੋਂ ਜਿਹੜੀ ਸੁੰਡੀ ਹੈ ਉਹ ਵੱਡੀ ਹੋ ਜਾਂਦੀ ਹੈ ਉਹ ਗੋਭ ਦੇ ਵਿੱਚ ਜਿਹੜਾ ਵੈ
ਜਿਹੜੇ ਪੱਤੇ ਨੇ ਉਹਨਾਂ ਨੂੰ ਖਾਂਦੀ, ਉਹਨਾਂ 'ਚ ਗਲੀਆਂ ਕਰਦੀ ਹੈ, ਗੋਲ ਜਾਂ ਅੰਡਾਕਾਰ ਜਿਹੜੀਆਂ ਮੂਰੀਆਂ ਕਰਕੇ ਜਿਹੜਾ ਹੈ ਉਹ ਗੋਭ ਦੇ ਵਿੱਚ ਜਿਹੜਾ ਹੈਗਾ ਭਾਰੀ ਮਾਤਰਾ 'ਚ ਬਿੱਠਾਂ ਕਰਕੇ ਜਿਹੜਾ ਹੈਗਾ ਉਹ ਕਾਫੀ ਨੁਕਸਾਨ ਕਰਦੀ ਹੈ। ਸੋ ਇਹ ਜਿਹੜੀ ਨਵੀਂ ਸੁੰਡੀ ਹੈ ਇਹਦੀ ਜਿਹੜੀ ਪਛਾਣ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ। ਜੇ ਆਪਾਂ ਧਿਆਨ ਦੇ ਨਾਲ ਸੁੰਡੀ ਨੂੰ ਦੇਖੀਏ, ਸੁੰਡੀ ਦੇ ਪਿਛਲੇ ਪਾਸੇ 4 ਜਿਹੜੇ ਬਿੰਦੂ ਜਿਹੜੇ ਹੈਗੇ ਨੇ ਸਾਨੂੰ ਚੌਰਸਾਕਾਰ ਆਕਾਰ ਦੇ ਵਿੱਚ ਸਾਨੂੰ ਦਿਖਦੇ ਨੇ। ਸੋ ਇਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਕੇ ਅਸੀਂ ਜਿਹੜਾ ਸੁੰਡੀ ਦੀ ਪਛਾਣ ਕਰ ਸਕਦੇ ਹਾਂ। ਸੋ ਸੁੰਡੀ ਦਾ ਜਿਹੜਾ ਸਿਰ ਹੈ, ਸਿਰ ਦੇ ਉੱਪਰ ਜਿਹੜਾ ਵੈ ਉਹ ਵਾਈ ਆਕਾਰ ਦਾ ਜਿਹੜਾ ਚਿੱਟਾ ਅੱਖਰ ਹੈ ਉਹ ਵੀ ਅਸੀਂ ਜੇ ਧਿਆਨ ਨਾਲ ਦੇਖੀਏ ਤਾਂ ਸਾਨੂੰ ਦਿਖ ਸਕਦਾ ਵੈ। ਸੁੰਡੀ ਦਾ ਜਿਹੜਾ ਸਿਰ ਹੈ, ਇਹ ਜਿਹੜੀ ਸੁੰਡੀ ਹੈ ਇਹ ਅਸੀਂ ਦੇਖ ਸਕਦੇ ਹਾਂ ਗੋਹ ਦੇ ਵਿੱਚ ਜਦੋਂ ਇਹ ਵੱਡੀ ਹੋ ਜਾਂਦੀ ਹੈ ਗੋਹ ਦੇ ਜ਼ਿਆਦਾ ਨੁਕਸਾਨ ਕਰਦੀ ਹੈ। ਸੋ ਇਹਨੂੰ ਪਛਾਣਨਾ ਜਿਹੜਾ ਵੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਨਵੀਂ ਸੁੰਡੀ ਹੈ ਅਤੇ ਇਹਦਾ ਸਮੇਂ ਰਹਿੰਦੇ ਜਿਹੜਾ ਵੈ ਇਹਦੀ ਰੋਕਥਾਮ ਕਰਨੀ ਬੜੀ ਜ਼ਰੂਰੀ ਹੈ। ਸੋ ਉਹਦੇ ਵਿੱਚ ਜਿਹੜੇ ਇਹਦੇ ਪਤੰਗੇ ਨੇ ਉਹ ਸਮੂਹ ਦੇ ਵਿੱਚ ਆਂਡੇ ਦਿੰਦੇ ਨੇ, ਜਿਸ ਤਰ੍ਹਾਂ ਕਿ ਅਸੀਂ ਆਹ ਪੱਤੇ ਉੱਪਰ ਦੇਖ ਸਕਦੇ ਹਾਂ। ਜਿਹੜੇ ਆਂਡੇ ਹੈਗੇ ਨੇ ਉਹ 100-150 ਆਂਡਾ ਵੀ ਜਿਹੜਾ ਵੈ ਸਾਨੂੰ ਸਮੂਹ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਸੋ ਇਹ ਆਂਡੇ ਜਿਹੜੇ ਹੈਗੇ ਆ ਅਸੀਂ ਸੌਖੇ ਹੀ ਲੱਭ ਕੇ ਨਸ਼ਟ ਕਰ ਸਕਦੇ ਹਾਂ। ਸੋ ਉਸ ਤੋਂ ਇਲਾਵਾ ਜਦੋਂ ਇਹ ਸੁੰਡੀ ਦਾ ਹਮਲਾ ਜਿਹੜਾ ਵੱਧ ਜਾਂਦਾ ਵੈ ਤਾਂ ਸਾਨੂੰ ਖੇਤ ਦੇ ਜਿਹੜਾ ਸਰਵੇਖਣ ਜਿਹੜਾ ਹੈ ਉਹ ਲਗਾਤਾਰ ਕਰਦੇ ਰਹਿਣਾ ਚਾਹੀਦਾ ਵੈ। ਸੋ ਇਹਦੇ ਵਿੱਚ ਅਸੀਂ ਇਹ ਦੇਖਿਆ ਹੈ ਕਿ ਜੇ ਸ਼ੁਰੂਆਤੀ ਅਵਸਥਾ ਦੇ ਵਿੱਚ ਜਿਹੜਾ ਜਦੋਂ ਫਸਲ ਛੋਟੀ ਹੁੰਦੀ ਹੈ ਉਦੋਂ ਅਸੀਂ ਜਿਹੜਾ ਵੈ ਛਿੜਕਾਅ ਕਰ ਸਕਦੇ ਹਾਂ। ਉਹਦੇ ਵਿੱਚ ਸਾਡੀਆਂ 3 ਦਵਾਈਆਂ ਸਿਫਾਰਿਸ਼ ਨੇ। ਕੋਰਾਜਨ 18.5 ਤਾਕਤ ਦੀ ਜਿਹੜੀ ਦਵਾਈ ਹੈ ਉਹ 0.4 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਅਸੀਂ ਵਰਤ ਸਕਦੇ ਹਾਂ। ਜਿਹੜੀ ਮਿਜ਼ਾਈਲ ਦਵਾਈ ਹੈ ਉਹ ਵੀ 0.4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਅਸੀਂ ਵਰਤ ਸਕਦੇ ਹਾਂ। ਅਤੇ ਇੱਕ ਤੀਜੀ ਦਵਾਈ ਜਿਹੜੀ ਡੈਲੀਗੇਟ ਹੈ ਉਹ ਅੱਧਾ ml ਜਿਹੜੀ ਦਵਾਈ ਹੈ 11.7 ਤਾਕਤ ਦੀ, ਜਿਸ 'ਚ ਸਪਾਈਨੋਟਰਮ ਸਾਲਟ ਹੈ ਉਹ ਵੀ ਅਸੀਂ ਜਿਹੜਾ ਵਰਤ ਸਕਦੇ ਹਾਂ। ਸੋ ਇਹ ਜਿਹੜੀਆਂ 3 ਦਵਾਈਆਂ ਨੇ ਸ਼ੁਰੂਆਤੀ ਜਦੋਂ ਸਾਨੂੰ ਹਮਲਾ, ਜਦੋਂ ਸਾਡੀ ਫਸਲ ਛੋਟੀ ਹੁੰਦੀ ਹੈ ਉਦੋਂ ਅਸੀਂ ਸਰਵੇਖਣ ਕਰਦੇ ਹੋਏ ਅਸੀਂ ਵਰਤ ਸਕਦੇ ਹਾਂ। ਉਹਦੇ ਲਈ ਸਾਨੂੰ ਤਕਰੀਬਨ 120 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਲੇਕਿਨ ਜਦੋਂ ਫਸਲ ਸਾਡੀ ਜਿਹੜੀ 40 ਦਿਨ ਤੋਂ ਵੱਧ ਜਾਂਦੀ ਹੈ, ਵੱਡੀ ਹੋ ਜਾਂਦੀ ਹੈ, ਤਾਂ ਜੇ ਸਾਨੂੰ ਜਿਹੜਾ ਹਮਲਾ ਧੌੜੀ ਦੇ ਵਿੱਚ ਕਿਤੇ ਨਜ਼ਰ ਆਉਂਦਾ ਹੈ ਤਾਂ ਅਸੀਂ ਮਿੱਟੀ ਅਤੇ ਕੀਟਨਾਸ਼ਕ ਦਾ ਮਿਸ਼ਰਣ ਵੀ ਜਿਹੜਾ ਹੈ ਉਹ ਵਰਤ ਕੇ ਜਿਹੜਾ ਵਾ ਇਸ ਸੁੰਡੀ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ। ਸੋ ਉਹਦੇ ਵਿੱਚ 5 ਮਿਲੀਲੀਟਰ ਕੀਟਨਾਸ਼ਕ, ਇਹਨਾਂ ਤਿੰਨਾਂ 'ਚੋਂ ਕੋਈ ਅਸੀਂ 10 ਮਿਲੀਲੀਟਰ ਪਾਣੀ 'ਚ ਘੋਲ ਕੇ ਉਹਨੂੰ 1 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਉਹ ਜਿਹੜਾ ਮਿਸ਼ਰਣ ਹੈ ਮਿੱਟੀ ਅਤੇ ਕੀਟਨਾਸ਼ਕ ਦਾ ਉਹ ਤਕਰੀਬਨ ਅੱਧਾ ਗ੍ਰਾਮ ਅਸੀਂ ਜਿਹੜੀ ਕੋਈ ਹਮਲੇ ਵਾਲੀ ਗੋਭ ਸਾਨੂੰ ਦਿਖਦੀ ਹੈ ਉਹਦੇ ਵਿੱਚ ਪ੍ਰਤੀ ਗੋਭ ਦੇ ਵਿੱਚ ਅੱਧਾ ਗ੍ਰਾਮ ਦੇ ਸਾਨੂੰ ਉਹ ਮਿਸ਼ਰਣ ਪਾ ਕੇ ਅਸੀਂ ਇਹ ਜਿਹੜਾ ਖਤਰਨਾਕ ਕੀੜਾ ਵਾ ਇਹਦੀ ਅਸੀਂ ਵਧੀਆ ਤਰੀਕੇ ਨਾਲ ਜਿਹਨੂੰ ਕਹਿੰਦੇ ਕਿ ਅਸੀਂ ਤੀਰ ਨਿਸ਼ਾਨੇ 'ਤੇ ਮਾਰ ਕੇ ਅਸੀਂ ਜਿਹੜਾ ਵਾ ਟਾਰਗੇਟ ਕਰਕੇ ਅਸੀਂ ਇਹਦੀ ਰੋਕਥਾਮ ਕਰ ਸਕਦੇ ਹਾਂ ਅਤੇ ਦਵਾਈ ਦੀ ਜਿਹੜੀ ਬੇਲੋੜੀ ਵਰਤੋਂ ਹੈਗੀ ਹੈ ਉਹਨੂੰ ਵੀ ਅਸੀਂ ਘਟਾ ਸਕਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਫਾਲ ਆਰਮੀਵੋਰਮ ਸੁੰਡੀ ਹੈ ਇਹਦੇ ਲਈ ਸਾਨੂੰ ਕੀਟਨਾਸ਼ਕ ਦੀ ਵਰਤੋਂ ਸਹੀ ਤਰੀਕੇ ਨਾਲ ਜਿਹੜੀ ਕਰਨੀ ਹੈ, ਸਹੀ ਜਿਹੜਾ ਉਹਦਾ ਮੈਥਡ ਹੈਗਾ ਵੈ ਉਹ ਬਹੁਤ ਜ਼ਰੂਰੀ ਹੈ। ਅਤੇ ਫਸਲ ਦੀ ਅਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਮਿੱਟੀ ਅਤੇ ਕੀਟਨਾਸ਼ਕ ਦਾ ਮਿਸ਼ਰਣ ਵੀ ਗੋਭਾਂ ਵਿੱਚ ਪਾਉਣਾ ਹੈ। ਅਤੇ ਜਦੋਂ ਅਸੀਂ ਦੇਖਦੇ ਹੈਗੇ ਹਾਂ ਕਿ ਫਸਲ ਜਿਹੜੀ ਹੈਗੀ ਹੈ ਉਹ ਸਪਰੇਅ ਕਰਨ ਯੋਗ ਹੈ, ਛਿੜਕਾਅ ਕਰਨ ਯੋਗ ਹੈ ਸ਼ੁਰੂਆਤੀ ਅਵਸਥਾ 'ਚ, ਉੱਥੇ ਅਸੀਂ ਛਿੜਕਾਅ ਵੀ ਕਰ ਸਕਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਸਰਵੇਖਣ ਜਿਹੜਾ ਹੈ ਫਸਲ ਦਾ ਉਹ ਬਹੁਤ ਜ਼ਰੂਰੀ ਹੈ। ਅਤੇ ਜਦੋਂ ਵੀ ਸਾਨੂੰ ਇਹ ਕੀੜੇ ਦਾ ਹਮਲਾ ਮਿਲਦਾ ਤੁਰੰਤ ਸਾਨੂੰ ਜਿਹੜਾ ਹੈਗਾ ਸਿਫਾਰਿਸ਼ ਅਨੁਸਾਰ ਜਿਹੜਾ ਹੈ ਰਸਾਇਣ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ। ਕਮਾਦ ਦੇ ਵਿੱਚ ਅਗੇਤੀ ਫੋਟ ਦਾ ਜਿਹੜਾ ਗੜੂਆ ਮੈਂ ਇਹਦਾ ਨੁਕਸਾਨ ਜਦੋਂ ਅਸੀਂ ਫਸਲ ਦੀ ਬਿਜਾਈ ਕਰਦੇ ਹਾਂ ਤਾਂ ਉਹ ਤੋਂ 1 ਤੋਂ 3 ਮਹੀਨੇ ਦੇ ਅੰਦਰ ਅੰਦਰ ਜਿਹੜਾ ਦੇਖਣ ਨੂੰ ਮਿਲਦਾ ਵੈ। ਅਤੇ ਇਹਦੇ ਨੁਕਸਾਨ ਦੇ ਨਾਲ ਜਿਹੜਾ ਵੈ ਉਹ ਗੋਭ ਸੁੱਕ ਜਾਂਦੀ ਹੈ ਅਤੇ ਜਿਹੜਾ ਮੁੱਢ ਹੈ ਉਹ 'ਤੇ ਸਾਨੂੰ ਗਲੀਆਂ ਵੀ ਜਿਹੜੀਆਂ ਹੈਗੀਆਂ ਸੁੰਡੀ ਦੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ। ਸੋ ਇਹ ਜਿਹੜਾ ਹੈ ਇਹ ਕੀੜੇ ਦਾ ਹਮਲਾ, ਇਹਦੀ ਰੋਕਥਾਮ ਦੇ ਲਈ ਅਸੀਂ ਜਦੋਂ ਫਸਲ ਜਿਹੜੀ ਹੈ ਉਹ ਤਕਰੀਬਨ 1.5 ਮਹੀਨੇ ਦੀ ਹੋ ਜਾਂਦੀ ਹੈ ਉਦੋਂ ਅਸੀਂ ਵੱਟਾਂ ਦੇ ਨਾਲ ਨਾਲ ਜਿਹੜਾ ਵੈ ਸਿਫਾਰਿਸ਼ ਕੀਤਾ ਜਿਹੜਾ ਰਸਾਇਣ ਹੈ, ਜਿਸ ਤਰ੍ਹਾਂ ਕਿ ਰੀਜੈਂਟ 0.3 ਤਾਕਤ ਦਾ ਜਿਹੜਾ ਦਾਣੇਦਾਰ ਫਿਪਰੋਨਲ ਜੀ ਸਾਲਟ ਹੈ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤ ਕੇ
ਉਹਨੂੰ ਅਸੀਂ 20 ਕਿਲੋ ਮਿੱਟੀ ਦੇ ਵਿੱਚ ਗਿੱਲੀ ਮਿੱਟੀ 'ਚ ਮਿਲਾ ਕੇ ਅਸੀਂ ਜਿਹੜਾ ਹੈ ਵੱਟਾਂ ਦੇ ਕਤਾਰਾਂ ਦੇ ਨਾਲ ਜਿਹੜਾ ਵੈ ਪਾ ਕੇ ਪਤਲਾ ਪਾਣੀ ਲਾਉਣਾ ਵੈ। ਸੋ ਇਹ ਜਿਹੜਾ ਰਸਾਇਣ ਹੈ ਮੋਰਟਲ ਜਾਂ ਰਿਪਨ ਦੇ ਨਾਮ ਦੇ ਨਾਲ ਵੀ ਆਉਂਦਾ ਵੈ। ਇਸ ਤੋਂ ਇਲਾਵਾ ਅਸੀਂ ਟਕੂਮੀ ਦਵਾਈ ਹੈ ਜਿਹੜੀ 150 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਹੈ, ਜਾਂ ਕੋਰਾਜਨ ਹੈ ਉਹ ਵੀ ਅਸੀਂ ਵਰਤ ਸਕਦੇ ਹਾਂ, ਜਾਂ ਡਰਮਟ ਜਿਹੜੀ ਹੈ 2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਅਸੀਂ ਵਰਤ ਸਕਦੇ ਹਾਂ। ਸੋ ਇਹਨਾਂ ਰਸਾਇਣਾਂ ਤੋਂ ਇਲਾਵਾ ਸਾਡੇ ਕੋਲ ਕੁਛ ਮਿੱਤਰ ਕੀੜੇ ਨੇ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ ਇਸ ਅਗੇਤੀ ਫੂਡ ਦੇ ਗੜੂਏ ਦੇ ਲਈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜਿਹੜਾ ਟ੍ਰਾਈਕੋਗਰਾਮਾ ਕਿਲੋਨਿਸ ਇਹ ਇੱਕ ਮਿੱਤਰ ਕੀੜਾ ਵੈ, ਜਿਹਦੇ ਕਿ 7 ਦਿਨ ਪਹਿਲਾਂ ਪਰਜੀਵੀ ਕੀਤੇ ਜਿਹੜੇ ਕਿਰਿਆ ਕੀਤੇ ਜਿਹੜੇ ਆਂਡੇ ਨੇ ਕਰਸਾਇਰਾ ਦੇ, ਉਹ ਅਸੀਂ 20,000 ਆਂਡੇ ਜਿਹੜੇ ਸਿਫਾਰਿਸ਼ ਕੀਤੇ ਨੇ 1 ਏਕੜ ਦੇ ਵਿੱਚ ਲਾਉਣ ਦੇ। ਅਪ੍ਰੈਲ ਤੋਂ ਜੂਨ ਦੇ ਮਹੀਨੇ ਦੇ ਦੌਰਾਨ ਅਸੀਂ 10 ਦਿਨ ਦੇ ਵਕਫੇ 'ਤੇ ਇਹ ਜਿਹੜੇ ਪਰਜੀਵੀ ਕਿਰਿਆ ਕੀਤੇ ਹੋਏ ਟ੍ਰਾਈਕੋਗਰਾਮਾ ਕਾਈਲੋਨਸ ਦੇ ਜਿਹੜੇ ਆਂਡੇ ਨੇ ਉਹ ਅਸੀਂ ਪੱਤਿਆਂ ਦੇ ਥੱਲੇ ਜਿਹੜਾ ਸ਼ਾਮ ਨੂੰ ਲਗਾਉਂਦੇ ਹਾਂ। ਇਹ ਜਿਹੜੇ ਆਂਡੇ ਨੇ ਅਸੀਂ 1 ਏਕੜ ਦੇ ਵਿੱਚ 40 ਜਗ੍ਹਾ ਦੇ ਉੱਪਰ 500 ਆਂਡਾ ਜਿਹੜਾ ਹੈ ਟੋਟਲ 20,000 ਆਂਡੇ ਜਿਹੜੇ ਹੈਗੇ ਨੇ ਉਹ ਅਸੀਂ ਲਾਉਂਦੇ ਹਾਂ। ਸੋ ਇਹਨਾਂ ਜਿਹੜੇ ਆਂਡਿਆਂ ਦੇ ਵਿੱਚੋਂ ਜਿਹੜਾ ਸਾਡਾ ਮਿੱਤਰ ਕੀੜਾ ਵਾ ਟ੍ਰਾਈਕੋਗਰਾਮਾ ਕਿਲੋਨਿਸ, ਇਹ ਨਿਕਲ ਕੇ ਜਿਹੜੇ ਸਾਡੇ ਦੁਸ਼ਮਣ ਕੀੜਾ ਜਿਹੜਾ ਸਾਡਾ ਅਗੇਤੀ ਫੂਡ ਦਾ ਜਿਹੜਾ ਇਹ ਗੜੂਆ ਮੈਂ ਜਾਂ ਦੂਸਰੇ ਜਿਹੜੇ ਗੜੂਏ ਨੇ ਉਹਨਾਂ ਦੇ ਜਿਹੜੇ ਆਂਡਿਆਂ ਦੇ ਵਿੱਚ ਜਿਹੜਾ ਇਹ ਆਪਣਾ ਆਂਡਾ ਦਿੰਦਾ ਵਾ। ਅਤੇ ਇਸ ਤਰ੍ਹਾਂ ਜਿਹੜਾ ਹੈ ਇਹ ਕੁਦਰਤੀ ਤੌਰ 'ਤੇ ਜਿਹੜਾ ਅਗੇਤੀ ਫੂਡ ਦੇ ਗੜੂਏ ਦੀ ਜਿਹੜੀ ਰੋਕਥਾਮ ਕਰਦਾ ਵਾ। ਸੋ ਇਹਦੇ ਨਾਲ ਅਸੀਂ ਫਿਰੋਮੋਨ ਟਰੈਪ ਵੀ ਸਿਫਾਰਿਸ਼ ਕੀਤੇ ਨੇ, ਜਿਹੜਾ ਕਿ ਵਾਤਾਵਰਣ ਹਿਤੈਸ਼ੀ ਟੈਕਨੀਕ ਹੈ। 10 ਫਿਰੋਮੋਨ ਟਰੈਪ ਜਿਹੜੇ ਹੈਗੇ ਨੇ ਉਹ ਅਸੀਂ ਪ੍ਰਤੀ ਏਕੜ ਇਸ ਵਕਫੇ ਦੌਰਾਨ ਅਪ੍ਰੈਲ ਤੋਂ ਜੂਨ ਦੇ ਦੌਰਾਨ ਲਗਾਉਣ ਦੀ ਸਿਫਾਰਿਸ਼ ਕੀਤੀ ਹੈ, ਜਿਹਦੀ ਕਿ ਲਿਓਰ ਅਸੀਂ ਮਹੀਨੇ ਬਾਅਦ ਬਦਲਦੇ ਰਹਿੰਦੇ ਹਾਂ। ਸੋ ਕਹਿਣ ਦਾ ਭਾਵ ਹੈ ਕਿ ਸਾਡੇ ਕੋਲ ਜਿਹੜੇ ਅਗੇਤੀ ਫੂਡ ਦੇ ਗੜੂਏ ਦੀ ਜਿਹੜੀ ਰੋਕਥਾਮ ਦੇ ਲਈ ਰਸਾਇਣਿਕ ਢੰਗ ਵੀ ਨੇ, ਅਤੇ ਨਾਲ ਦੀ ਨਾਲ ਜਿਹੜੇ ਵਾਤਾਵਰਣ ਹਿਤੈਸ਼ੀ ਢੰਗ ਵੀ ਬਾਇਓਲੋਜੀਕਲ ਕੰਟਰੋਲ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਉਹ ਵੀ ਸਾਡੇ ਕੋਲ ਢੰਗ ਹੈਗੇ ਨੇ। ਅਤੇ ਅਸੀਂ ਇਹ ਸਾਰਿਆਂ ਨੂੰ ਵਰਤ ਕੇ ਜਿਹੜਾ ਹੈਗਾ ਇਸ ਜਿਹੜਾ ਗੜੂਏ ਦੀ ਬੜੀ ਸੁਚੱਜੀ ਰੋਕਥਾਮ ਕਰ ਸਕਦੇ ਹਾਂ।